सोरठ महला तीजा। कार पहला ते तुकी एक ओंकार। सतगुर प्रसाद भगतां दी सदा तू रखदा हर जीओ। तुर तू रखदा आया। प्रहलाद जन तुद राख लए हर जीओ। हरनाखश मार पचाया। गुरमुखा नो परतीत है हर जीओ। मन मुख परम भुलाया। भगतां दी सदा तू रखदा हर जीओ। तुर तू रखदा आया। प्रहलाद जन तुद राख लए हर जीओ। हरनाखश मार पचाया। गुरमुखा नो परतीत है हर जीओ। मन मुख परम भुलाया। हर जी एह तेरी वड्याई। भगतां की पैज रख तू स्वामी। भगत तेरी सरनाई। हर जी एह तेरी वड्याई। भगतां की पैज रख तू स्वामी। भगत तेरी सरनाई। वाहिगुरु जी का खालसा वाहिगुरु जी की फतेह। शब्द गुरु तख्त छतर चबर दे मालक धन धन साहिब श्री गुरु ग्रंथ साहिब जी महाराज सच्चे पातशाह जी दी पावन पवित्र हजूरी दे अंदर सुभाईमान गुरु सुवारे प्रेमी सतसंगी जनों, वडभागे हो आप जी सतगुरां दी किरपा द्वारा सत संगत करन दा सुभागा समा आप जी नूं प्राप्त होया है। गुरु के कीर्तनीय गुरबाणी कीर्तन आप जी नूं सरवण करा रहे सी। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਹੁਕਮਨਾਮਾ ਮੁਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸੋਰਠ ਰਾਗ ਦੇ ਅੰਦਰ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 637 ਅਤੇ 38 ਤੇ ਸੁਭਾਈਮਾਨ ਹੈ। ਅਸ਼ਟਪਦੀ ਹੈ।
ਇੱਕ ਇੱਕ ਪਦੇ ਦੇ ਵਿੱਚ ਤਿੰਨ ਤਿੰਨ ਤੁਕਾਂ ਨੇ। ਇਸੇ ਵਾਸਤੇ ਲਿਖਿਆ ਤੇ ਤੁਕੀ। ਤੇ ਤੁਕੀ ਦਾ ਭਾਵ ਹੈ 8 ਪਦੇ ਨੇ ਤੇ ਇੱਕ ਇੱਕ ਪਦੇ ਦੇ ਵਿੱਚ ਤਿੰਨ ਤਿੰਨ ਤੁਕਾਂ ਨੇ। ਪਰ ਜਿਹੜਾ ਰਹਾਉ ਦਾ ਬੰਧ ਹੈ ਉਹ 2 ਪੰਕਤੀਆਂ ਦਾ ਹੈ। ਆਓ ਸਤਿਗੁਰੂ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਕਿਰਪਾ, ਜੋ ਬਖਸ਼ਿਸ਼ ਜੀਵਨ ਜੁਗਤ ਸਾਨੂੰ ਪ੍ਰਦਾਨ ਕਰਦੇ ਨੇ, ਤਿਸ ਦੇ ਧਾਰਨੀ ਹੋਈਏ। ਜਿੰਨੇ ਵੀ ਸਤਸੰਗੀ ਗੁਰੂ ਸ਼ਰਨ ਦੇ ਅੰਦਰ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋ, ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ। ਸ਼ਬਦ ਗੁਰੂ ਸੁਰਤ ਤੁਨ ਚੇਲਾ ਵਾਲੀ ਅਵਸਥਾ ਆਪਾਂ ਪ੍ਰਾਪਤ ਕਰੀਏ, ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਸਾਰੇ ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਰਹਾਉ ਦਾ ਬੰਦ ਹੈ ਹਰ ਜੀ, ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੋ ਸੁਆਮੀ, ਭਗਤ ਤੇਰੀ ਸ਼ਰਨਾਈ। ਵਾਹਿਗੁਰੂ ਜੀ, ਹਰੀ ਪਰਮਾਤਮਾ ਜੀ, ਐ ਮਾਲਕ ਪ੍ਰਭੂ ਆਪਣੇ ਭਗਤਾਂ ਦੀ ਪੈਜ ਰੱਖ, ਇੱਜ਼ਤ ਰੱਖ, ਲਾਜ ਰੱਖ। ਕਿਉਂ? ਕਿਉਂਕਿ ਭਗਤ ਤੇਰੀ ਸ਼ਰਨ ਵਿੱਚ ਪਏ ਨੇ। ਭਗਤ ਤੇਰੀ ਸ਼ਰਨ ਵਿੱਚ ਪਏ ਨੇ ਤੇ ਤੇਰਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਧਾ। ਸੁਆਮੀ ਸੰਧਾ ਤੋਂ ਭਾਵ ਸੁਆਮੀ ਦਾ ਇਹ ਬਿਰਦ ਹੈ ਕਿ ਜਿਹੜਾ ਵੀ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਤੂੰ ਆਪਣੇ ਗਲੇ ਨਾਲ ਲਾ ਲੈਣਾ, ਉਸ ਨੂੰ ਤੂੰ ਆਪਣੇ ਗਲੇ ਨਾਲ ਲਾ ਲੈਣਾ। ਤੇ ਫਿਰ ਆਖਦੇ ਨੇ ਹਰ ਜੀ ਇਹ ਤੇਰੀ ਵਡਿਆਈ। ਹਰੀ ਜੀ, ਭਗਤਾਂ ਦੀ ਇੱਜ਼ਤ ਹੀ ਤੇਰੀ ਇੱਜ਼ਤ ਹੈ। ਭਗਤਾਂ ਦੀ ਇੱਜ਼ਤ ਹੀ, ਲਾਜ ਹੀ ਤੇਰੀ ਲਾਜ ਹੈ। ਹੁਣ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਪਹਿਲਾਂ ਇਹ ਸਮਝਣ ਦਾ ਯਤਨ ਕਰੀਏ ਭਗਤ ਕੌਣ ਹੈ। ਕਿਉਂਕਿ ਆਪਾਂ ਇਤਿਹਾਸ ਨੂੰ ਪੜ੍ਹੀਏ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ, ਉਸ ਵੇਲੇ ਆਪਾਂ ਪੜ੍ਹਦੇ ਹਨ ਭਗਤਾਂ ਦੀ ਬਾਣੀ ਰਾਗਾਂ ਦੇ ਵਿੱਚ ਸਤਿਗੁਰਾਂ ਨੇ ਆਪ ਦਰਜ ਕੀਤੀ, ਇੱਥੋਂ ਤੱਕ ਕਿ ਸੂਰਦਾਸ ਦੇ ਬਹੁਤੇ ਸ਼ਬਦ ਨਹੀਂ, ਕੇਵਲ ਇੱਕ ਪੰਕਤੀ, ਪਰ ਉਹ ਵੀ ਗੁਰਮਤਿ ਦੇ ਨਾਲ ਮੇਲ ਖਾਂਦੀ ਸੀ ਤੇ ਸੂਰਦਾਸ ਦਾ ਭਗਤ ਵਾਲਾ ਜੀਵਨ ਸੀ। ਸਤਿਗੁਰਾਂ ਨੇ ਉਹ ਵੀ ਦਰਜ ਕਰ ਲਈ, ਉਸ ਦੇ ਟਿਕਾਣੇ ਤੋਂ ਲੈ ਆਏ। ਪਰ ਜੇ ਲਾਹੌਰ ਤੋਂ ਪੀਲੂ, ਕਾਨਾ, ਛੱਜੂ ਇਹ ਸਾਰੇ ਭਗਤ ਆਏ ਤੇ ਦਾਅਵਾ ਕੀਤਾ ਵੀ ਜਿਹੜੇ ਦੁਨੀਆ ਦੇ ਵਿੱਚ ਭਗਤ ਹੈ ਨਹੀਂ, ਸਰੀਰ ਕਰਕੇ ਚਲੇ ਗਏ ਨੇ, 1 ਸਾਲ ਨਹੀਂ, 2 ਸਾਲ ਨਹੀਂ, ਕਈ ਸਦੀਆਂ ਪਹਿਲਾਂ ਹੋ ਗਏ ਨੇ, ਉਹਨਾਂ ਦੀ ਬਾਣੀ ਆਪ ਜੀ ਨੇ ਦਰਜ ਕਰ ਲਈ, ਸਾਨੂੰ ਸੱਦਾ ਤੱਕ ਵੀ ਨਹੀਂ ਦਿੱਤਾ। ਤੇ ਸਤਿਗੁਰਾਂ ਨੇ ਕੀ ਜਵਾਬ ਦਿੱਤਾ ਸੀ? ਆਪਾਂ ਪੜ੍ਹਦੇ ਹਾਂ ਨਾ, ਉਹਨਾਂ ਦਾ ਨਿਰਾਦਰ ਨਹੀਂ ਕੀਤਾ, ਅਪਮਾਨ ਨਹੀਂ ਕੀਤਾ, ਬਲਕਿ ਇਹ ਗੱਲ ਕਹੀ ਕਿ ਆਓ
ਜੀ ਆਇਆਂ ਨੂੰ ਆਇਓ। ਜੇ ਤੁਹਾਡੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਕਸਵੱਟੀ ਤੇ ਪੂਰੀ ਉਤਰੇਗੀ ਤੇ ਅਸੀਂ ਤੁਹਾਡੀ ਵੀ ਬਾਣੀ ਦਰਜ ਕਰ ਲਾਂਗੇ। ਉਹਨਾਂ ਨੇ ਸੁਣਾਈ, ਬਾਣੀ ਵਿੱਚੋਂ ਗੁਰਮਤਿ ਦੇ ਸਿਧਾਂਤ ਦੇ ਉਲਟ ਸਨ, ਜਿਹੜੀ ਰਚਨਾ ਉਹਨਾਂ ਦੀ ਸੀ, ਤੇ ਸਤਿਗੁਰੂ ਮਹਾਰਾਜ ਨੇ ਇਨਕਾਰ ਕਰ ਦਿੱਤਾ। ਮੈਂ ਬੇਨਤੀ ਕਰ ਰਿਹਾ, ਭਗਤ ਅੱਖਰ ਬੜਾ ਛੋਟਾ ਹੈ ਪਰ ਇਸ ਦੀ ਵਿਆਖਿਆ ਬਹੁਤ ਵੱਡੀ। ਇਸ ਰਾਹ ਤੇ ਤੁਰਨਾ ਕੋਈ ਸੌਖਾ ਨਹੀਂ। ਆਪ ਜੀ ਰੋਜ਼ ਪੜ੍ਹਦੇ ਹੋ ਨਾ, ਨਿਤਨੇਮ ਅਨੁਸਾਰ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਖੰਡੇ ਦੀ ਧਾਰ ਤੇ ਚੱਲਣ ਵਾਲੀ ਗੱਲ ਹੈ, ਕਿਉਂਕਿ ਇਹ ਰਾਹ ਇੰਨਾ ਪਤਲਾ, ਇੰਨਾ ਬਰੀਕ ਹੈ ਜਿੰਨਾ ਵਾਲ ਬਰੀਕ ਹੁੰਦਾ ਹੈ। ਇਸ ਉੱਤੇ ਜਨਾ ਖਾਨਾ ਨਹੀਂ ਚੱਲ ਸਕਦਾ। ਜਨਾ ਖਾਨਾ ਇਹ ਆਪਣੇ ਜੀਵਨ ਦੇ ਅੰਦਰ ਸ਼ਬਦ ਜਿਹੜਾ ਹੈ ਉਹ ਵਰਤ ਬੇਸ਼ੱਕ ਲਵੇ, ਪਰ ਉਹ ਭਗਤ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਕਿਉਂਕਿ ਹਰ ਭਾਣਾ ਮੰਨੈ ਸੋ ਭਗਤ ਹੋਏ, ਬਿਨ ਮੰਨੇ ਕੱਚ ਨਿਕੱਚ। ਗੁਰੂ ਅਮਰਦਾਸ ਪਾਤਸ਼ਾਹ ਜੀ ਰਾਮਕਲੀ ਦੇ ਅੰਦਰ ਕਿਰਪਾ ਕਰਦੇ ਨੇ। ਜਿਹੜਾ ਵਾਹਿਗੁਰੂ ਦਾ ਭਾਣਾ ਮੰਨਦਾ ਹੈ, ਜਿਹੜਾ ਆਖਦਾ ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਖੁਸ਼ੀ ਆ ਗਈ, ਬੰਦਾ ਟਿਕਦਾ ਨਹੀਂ, ਗਮੀ ਆ ਗਈ, ਰੋਂਦਾ ਚੁੱਪ ਨਹੀਂ ਕਰਦਾ। ਪਰ ਭਗਤ ਜੀ ਕਹਿੰਦੇ ਨੇ, ਜੇ ਖੁਸ਼ੀ ਆਈਏ ਤੇ ਬਹੁਤਾ ਖੁਸ਼ ਨਾ ਹੋ, ਤੇ ਜੇ ਗਮੀ ਆਈਏ ਤੇ ਗਮੀ ਵਿੱਚ ਇੰਨਾ ਗਲਤਾਨ ਨਾ ਹੋ ਜਾ ਵੀ ਰੱਬ ਨੂੰ ਹੀ ਉਲਾਮੇ ਦਿੱਤੀ ਜਾਵੇ, ਰੱਬ ਨੂੰ ਹੀ ਮਾੜਾ ਕਹੀ ਜਾਵੇ। ਆ ਵੇਖੋ ਨਾ, ਜਦੋਂ ਖੁਸ਼ੀਆਂ ਹੁੰਦੀਆਂ ਨੇ ਤੇ ਆਪਾਂ ਕਹਿੰਦੇ ਜੀ ਵਾਹਿਗੁਰੂ ਦੀ ਕਿਰਪਾ ਹੈ ਜੀ, ਹਾਲੇ ਕਿ ਪਤਾ ਨਹੀਂ ਮਨੋਂ ਕਹਿੰਦੇ ਆ ਕਿ ਨਹੀਂ ਕਹਿੰਦੇ, ਮਨੋਂ ਕਹਿੰਦੇ ਆ ਕਿ ਨਹੀਂ ਕਹਿੰਦੇ, ਪਰ ਉੱਤੋਂ ਤਾਂ ਲੋਕਾਂ ਨੂੰ ਕਹਿੰਦੇ ਨਾ ਜੀ ਇਹ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜੀ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਜੀ, ਇਹ ਵਾਹਿਗੁਰੂ ਨੇ ਖੁਸ਼ੀਆਂ ਦਿੱਤੀਆਂ ਨੇ। ਤੇ ਜਦੋਂ ਗਮੀ ਆ ਜਾਂਦੀ, ਸਿਰ ਪਿੱਟਦੇ ਆ ਅਸੀਂ ਦੁਹੱਥੜੀ, ਤੇ ਨਾਲ ਰੱਬ ਨੂੰ ਉਲਾਮਾ ਦਿੰਦੇ ਆ ਵੀ ਸ਼ਰੀਕ ਬਣ ਕੇ ਸਾਡੇ ਨਾਲ ਲੜਿਆ, ਸਾਡੇ ਨਾਲ ਉਹਨੇ ਆ ਭਾਣਾ ਵਰਤਾ ਦਿੱਤਾ ਹੈ। ਭਗਤ ਜੀ ਆਖਦੇ ਨੇ, ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਭਗਤ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਮਤ ਕੋਲ ਹੋਵੇ ਪਰ ਮਤ ਦੇ ਦਬਾਅ ਨਾਲ ਦੂਜਿਆਂ ਨੂੰ ਐਵੇਂ ਕੀੜੇ ਮਕੌੜੀ ਨਾ ਸਮਝੀ ਜਾਵੇ। ਜ਼ੋਰ ਕੋਲ ਹੋਵੇ ਤੇ ਐਵੇਂ ਦੂਜਿਆਂ ਦੀਆਂ ਬਾਹਾਂ ਨਾ ਮਰੋੜੀ ਜਾਵੇ। ਆ ਤੁਸੀਂ ਵੇਖਿਆ ਹੋਣਾ, ਕਈ ਵਾਰੀ ਤਾਕਤ ਹੋਵੇ ਨਾ ਤੇ ਐਵੇਂ ਖੜਾ ਖੜਾ ਬੰਦਾ ਦੂਜਿਆਂ ਦੀਆਂ ਬਾਹਾਂ ਮਰੋੜੀ ਜਾਏਗਾ। ਮਹਾਰਾਜ ਆਖਦੇ ਨੇ, ਕੋਲ ਨਾ ਹੋਵੇ ਫਿਰ ਵੀ ਵੰਡ ਕੇ ਛਕਣ ਦੀ ਭਾਵਨਾ ਹੋਵੇ। ਇਹ ਗੱਲਾਂ ਜਿਹੜਾ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਬਾਬਾ ਫਰੀਦ ਜੀ ਆਖਦੇ ਨੇ ਉਹ ਭਗਤ ਹੈ। ਮਤ ਹੁੰਦੇ ਹੋਏ ਇਆਣਾ, ਤਾਨ ਹੁੰਦੇ ਹੋਏ ਨਿਤਾਨ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਦੇ ਵਿੱਚ ਦੂਜੇ ਭਾਗ ਵਿੱਚ ਭਗਤ ਦੀ ਡੈਫੀਨੇਸ਼ਨ ਸਾਨੂੰ ਸਮਝਾਉਂਦੇ ਨੇ, ਪਰਿਭਾਸ਼ਾ ਸਮਝਾਉਂਦੇ ਨੇ ਕਿ ਭਗਤ ਹੈ ਕੌਣ। ਉਹ ਲਿਖਦੇ ਨੇ, ਇਹ ਸ਼ਬਦ ਭੱਜ ਧਾਤ ਤੋਂ ਬਣਿਆ। ਮਸਦਰ ਉਹਨਾਂ ਨੇ ਲਿਖਿਆ ਉੱਥੇ ਨਾਲ, ਭੱਜ ਧਾਤ ਤੋਂ ਬਣਿਆ, ਜਿਸ ਦਾ ਭਾਵ ਹੈ ਵੰਡਣਾ, ਸੇਵਾ ਕਰਨੀ, ਸਿਮਰਨ ਕਰਨਾ। ਜਿਹੜਾ ਵੰਡ ਕੇ ਛਕਦਾ ਹੈ, ਜਿਹੜਾ ਸੇਵਾ ਦੂਜਿਆਂ ਦੀ ਕਰਦਾ ਹੈ, ਤੇ ਜਿਹੜਾ ਕਰਤਾਰ ਨੂੰ ਮਨੋਂ ਵਿਸਾਰਦਾ ਨਹੀਂ, ਉਹ ਭਗਤ ਹੈ। ਫਿਰ ਬੇਨਤੀ ਕਰ ਦੇਵਾਂ, ਇਹ ਭੱਜ ਧਾਤ ਤੋਂ ਬਣਿਆ, ਜਿਸ ਦਾ ਭਾਵ ਹੈ ਵੰਡਣਾ,
ਸੇਵਾ ਕਰਨ, ਸਿਮਰਨ ਕਰਨ। ਜਿਹੜਾ ਵੰਡ ਕੇ ਛਕਦਾ ਹੈ, ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਉਹ ਭਗਤ ਹੈ। ਤੇ ਮਹਾਰਾਜ ਨੇ ਇਸੇ ਵਾਸਤੇ ਆਖਿਆ ਇਹ ਰਾਹ ਬੜਾ ਔਖਾ ਹੈ, ਇਸ ਰਾਹ ਤੇ ਚੱਲਣਾ ਬੜਾ ਔਖਾ ਹੈ। ਵੇਖੋ ਨਾ ਕਿੱਡੀ ਵਡਿਆਈ ਦਿੱਤੀ ਕਿ ਰੱਬ ਜੀ ਭਗਤਾਂ ਦੀ ਇੱਜ਼ਤ ਹੀ ਤੇਰੀ ਇੱਜ਼ਤ ਹੈ, ਭਗਤਾਂ ਦੀ ਇੱਜ਼ਤ ਤੇਰੀ ਇੱਜ਼ਤ ਹੈ। ਆਪਾਂ ਬਹੁਤ ਵਾਰੀ ਇਹ ਮੁੱਖ ਵਾਕ ਪੜ੍ਹਦੇ ਹਨ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖ ਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਮਾਇਆ ਲੋਭੀ ਧਾਰੀ ਮਾਇਆ ਲੋਭੀ ਧਾਰੀ। ਨਾਮ ਭਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਵਾਹਿਗੁਰੂ ਜੀ ਮੇਰਾ ਨਾਮ ਪੈ ਗਿਆ, ਵਾਹਿਗੁਰੂ ਦਾ ਭਗਤ, ਮੈਨੂੰ ਤੇਰਾ ਭਗਤ ਲੋਕ ਕਹਿੰਦੇ ਨੇ। ਆ ਜਦੋਂ ਆਪਾਂ ਪੜ੍ਹਦੇ ਨਾ ਭਗਤ ਨਾਮਦੇਵ ਜੀ ਦੇ ਬਚਨ, ਉਹ ਆਖਦੇ ਨੇ ਰੱਬ ਜੀ ਜੇ ਮਰਨ ਤੋਂ ਬਾਅਦ ਮੁਕਤੀ ਦੇਵੋਗੇ, ਕਿਹਨੂੰ ਪਤਾ ਮਿਲੀ ਕਿ ਨਹੀਂ ਮਿਲੀ। ਆ ਪਾਂਡੇ ਲੋਕ ਜਾਤ ਅਭਿਮਾਨ ਦੇ ਕਾਰਨ ਮੈਨੂੰ ਨੀਵੀਂ ਜਾਤ ਦਾ ਕਹਿੰਦੇ ਨੇ, ਤੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ। ਜੇ ਧੱਕੇ ਵੱਜਣਗੇ ਤੇ ਰੱਬ ਜੀ ਲੋਕਾਂ ਨੇ ਇਹੋ ਹੀ ਕਹਿਣਾ ਵੀ ਰੱਬ ਦੀ ਇਬਾਦਤ ਕਰਨ ਵਾਲੇ, ਬੰਦਗੀ ਕਰਨ ਵਾਲੇ ਨੂੰ ਧੱਕੇ ਵੱਜੇ ਨੇ, ਧੱਕੇ ਪਏ ਨੇ। ਪੜ੍ਹਦੇ ਹਨ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡਿਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛੌਂਡੀ ਹੋਏਲਾ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨਾਈ। ਕਿਉਂਕਿ ਆਪਾਂ ਪੜ੍ਹਦੇ ਹਾਂ ਬਚਨ, ਸਤਿਗੁਰਾਂ ਦੇ ਭਗਤਾਂ ਕੀ ਚਾਲ ਨਿਰਾਲੀ, ਵੱਖਰੀ ਲੋਕਾਂ ਤੋਂ। ਇਸੇ ਵਾਸਤੇ ਆਖਿਆ ਭਗਤਾਂ ਤੈ ਸਹਿ ਸਾਰੀਆਂ, ਜੋੜ ਕਦੇ ਨਾ ਆਇਆ। ਭਗਤਾਂ ਦਾ ਤੇ ਸੰਸਾਰੀ ਲੋਕਾਂ ਦਾ ਜੋੜ ਨਹੀਂ ਬਣਦਾ, ਇਹਨਾਂ ਦੀ ਆਪਸ ਵਿੱਚ ਨਿਭਦੀ ਨਹੀਂ, ਬਣਦੀ ਨਹੀਂ। ਕਿਉਂ? ਕਾਰਨ ਆਪ ਜੀ ਸਮਝ ਲੈਣਾ, ਬਣਦੀ ਕਿਉਂ ਨਹੀਂ, ਇਹ ਗੱਲ ਧਿਆਨ ਵਿੱਚ ਰੱਖਣੀ ਹੈ। ਕਿਉਂਕਿ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਜਦੋਂ ਰੱਬ ਨਾਲ ਮਨ ਮੰਨ ਜਾਵੇਗਾ, ਲੋਕਾਂ ਦਾ ਮਨ ਜਿਹੜਾ ਹੈ ਉਹ ਨਹੀਂ ਪਤੀਜਣਾ, ਲੋਕਾਂ ਦੀ ਤਸੱਲੀ ਨਹੀਂ ਹੋਣੀ। ਇਸੇ ਵਾਸਤੇ ਮਹਾਰਾਜ ਆਖਦੇ ਨੇ ਭਗਤਾਂ ਤੈ ਸਹਿ ਸਾਰੀਆਂ, ਜੋੜ ਕਦੇ ਨਾ ਆਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚਲਣਾ, ਲੱਭ ਲੋਭ ਹੰਕਾਰ ਤਤ ਤ੍ਰਿਸ਼ਨਾ। ਬਹੁਤ ਨਹੀਂ ਬੋਲਣਾ, ਖਾਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਨੀ। ਕਹਿ ਨਾਨਕ ਚਾਲ ਭਗਤਾਂ, ਜੁਗੋ ਜੋਗ ਨਿਰਾਲੀ। ਤੇ ਮਹਾਰਾਜ ਜੀ ਆਖਦੇ ਹਨ, ਵਾਹਿਗੁਰੂ ਜੀ, ਸੁਆਮੀ ਜੀ, ਪ੍ਰਭੂ ਜੀ, ਭਗਤ ਤੇਰੀ ਸ਼ਰਨ ਵਿੱਚ ਹਨ, ਭਗਤਾਂ ਦੀ ਪੈਜ ਰੱਖ। ਕਿਉਂਕਿ ਭਗਤਾਂ ਦੀ ਪੈਜ ਹੀ ਤੇਰੀ ਪੈਜ ਹੈ, ਭਗਤਾਂ ਦੀ ਇੱਜ਼ਤ ਤੇਰੀ ਇੱਜ਼ਤ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ, ਇਕ ਓੰਕਾਰ। ਸਤਿਗੁਰ ਪ੍ਰਸਾਦ। ਸੋਰਠ ਰਾਗ ਹੈ, ਮਹੱਲਾ ਤੀਜਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਹੈ। ਬਾਣੀ ਰਾਗਾਂ ਵਿੱਚ ਹੈ ਤੇ ਗਾਉਣ ਦੀ ਹਦਾਇਤ ਕੀਤੀ ਹੈ। ਤਾਲ ਪਹਿਲੇ ਦੇ ਵਿੱਚ ਇਹਨੂੰ ਗਾਣਾ ਹੈ, ਘਰ ਪਹਿਲੇ ਦੇ ਵਿੱਚ ਗਾਉਣਾ ਹੈ। ਤੇ ਤੁਕੀ ਦਾ ਭਾਵ ਇੱਕ ਇੱਕ ਬੰਦ ਦੇ ਵਿੱਚ ਤਿੰਨ ਤਿੰਨ ਤੁਕਾਂ ਨੇ। ਵਾਹਿਗੁਰੂ ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ,
ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਤੇ ਗੁਰੂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਹੇ ਹਰੀ ਜੀ, ਤੂੰ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਸਦਾ ਹੀ ਰੱਖਦਾ ਹੈ। ਜਦੋਂ ਦਾ ਸੰਸਾਰ ਬਣਿਆ, ਜਗਤ ਬਣਿਆ, ਉਦੋਂ ਦੇ ਹੀ ਭਗਤਾਂ ਦੇ ਨਿੰਦਕ, ਭਗਤਾਂ ਦੇ ਵਿਰੋਧੀ ਵੀ ਨਾਲ ਹੀ ਤੁਰੇ ਆ ਰਹੇ ਨੇ। ਤੇ ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ ਹਰ ਯੁੱਗ ਵਿੱਚ, ਹਰ ਸਮੇਂ ਦੇ ਵਿੱਚ ਤੂੰ ਆਪਣੇ ਭਗਤਾਂ ਦੀ ਰੱਖਦਾ, ਸਦਾ ਹੀ ਰੱਖਦਾ ਹੈ। ਤੇ ਧੁਰ ਤੋਂ ਰੱਖਦਾ ਤੂੰ ਆਇਆ, ਭਾਵ ਜਦੋਂ ਦਾ ਜਗਤ ਬਣਿਆ, ਸੰਸਾਰ ਬਣਿਆ, ਉਦੋਂ ਦੀ ਹੀ ਤੂੰ ਭਗਤਾਂ ਦੀ ਪੈਜ ਰੱਖਦਾ ਆ ਰਿਹਾ ਹੈ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਖਸ਼ ਮਾਰ ਪਚਾਇਆ। ਪ੍ਰਹਿਲਾਦ ਤੇ ਅੱਗੇ ਜਨ ਸ਼ਬਦ ਹੈ, ਜਨ ਬਹੁ ਵਚਨ ਹੈ। ਪ੍ਰਹਿਲਾਦ ਤੇ ਉਸ ਵਰਗੇ ਹੋਰ ਅਨੇਕਾਂ ਭਗਤ, ਉਹਨਾਂ ਦੀ ਤੂੰ ਵਾਹਿਗੁਰੂ ਪਰਮਾਤਮਾ ਜੀ ਪੈਜ ਰੱਖੀ। ਤੇ ਜਿਹੜਾ ਨਾ ਹਰਨਾਖਸ਼, ਦੁਸ਼ਟ, ਚੰਦਰਾ, ਕੁਮਤ ਨੂੰ ਧਾਰਨ ਕਰਨ ਵਾਲਾ, ਦੁਰਮਤ ਨੂੰ ਧਾਰਨ ਕਰਨ ਵਾਲਾ, ਉਹਨੂੰ ਤੂੰ ਮਾਰ ਪਚਾਇਆ ਤੋਂ ਭਾਵ ਖਤਮ ਕਰ ਦਿੱਤਾ। ਭਗਤ ਪ੍ਰਹਿਲਾਦ ਦੀ ਤੇ ਹੋਰ ਅਨੇਕਾਂ ਭਗਤਾਂ ਦੀ ਵਾਹਿਗੁਰੂ ਪਰਮਾਤਮਾ ਜੀ ਤੂੰ ਪੈਜ ਰੱਖੀ। ਤੇ ਪ੍ਰਹਿਲਾਦ ਦੀ ਇੱਜ਼ਤ ਰੱਖਣ ਵਾਸਤੇ, ਪੈਜ ਰੱਖਣ ਵਾਸਤੇ ਹਰਨਾਕਸ਼, ਨਖੀ ਬਿਦਾਰਿਆਂ ਵਾਲੀ ਗੱਲ ਤੂੰ ਆਪ ਵਰਤਾਈ। ਕਿਉਂਕਿ ਹਰ ਜੁਗ ਜੁਗ ਭਗਤ ਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਪ੍ਰਹਿਲਾਦ, ਨਾਮਦੇਵ, ਹੋਰ ਕਿੰਨੇ ਹੀ ਭਗਤ ਜਿਨ੍ਹਾਂ ਦੇ ਉੱਤੇ ਦੁੱਖ ਦੀ ਘੜੀ ਆਈ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਜੀ ਤੂੰ ਆਪ ਬਚਾਇਆ, ਉਹਨਾਂ ਦੀ ਪੈਜ ਤੂੰ ਆਪ ਰੱਖੀ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ। ਜਿਹੜੇ ਮਨੁੱਖ ਗੁਰਮੁਖ ਨੇ, ਗੁਰੂ ਦੇ ਸਨਮੁਖ ਨੇ, ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲੇ ਨੇ, ਉਹਨਾਂ ਨੂੰ ਇਹ ਵਿਸ਼ਵਾਸ ਹੈ ਕਿ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ। ਪਰ ਜਿਹੜੇ ਮਨਮੁਖ ਹਨ, ਉਹ ਭਟਕਣਾ ਵਿੱਚ ਪੈ ਕੇ ਸਹੀ ਰਸਤੇ ਤੋਂ ਉਜੜੇ ਪੈ ਜਾਂਦੇ ਹਨ ਤੇ ਆਪਣਾ ਮਨੁੱਖਾ ਜਨਮ ਜਿਹੜਾ ਨਾ, ਉਹਨੂੰ ਗਵਾ ਲੈਂਦੇ ਹਨ। ਹਰ ਜੀ ਇਹ ਤੇਰੀ ਵਡਿਆਈ। ਹੇ ਹਰੀ ਜੀ, ਇਹ ਤੇਰੀ ਵਡਿਆਈ ਹੈ। ਕਿਹੜੀ? ਭਗਤਾਂ ਦੀ ਪੈਜ ਹੀ ਤੇਰੀ ਪੈਜ ਹੈ, ਭਗਤਾਂ ਦੀ ਇੱਜ਼ਤ ਹੀ ਤੇਰੀ ਇੱਜ਼ਤ ਹੈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ। ਹੇ ਵਾਹਿਗੁਰੂ ਜੀ, ਮਾਲਕ ਪ੍ਰਭੂ ਜੀ, ਭਗਤਾਂ ਦੀ ਤੂੰ ਪੈਜ ਰੱਖ, ਕਿਉਂਕਿ ਭਗਤ ਹਮੇਸ਼ਾ ਤੇਰੀ ਸ਼ਰਨ ਵਿੱਚ ਪੈ ਰਹਿੰਦੇ ਨੇ ਤੇ ਇਹ ਬਚਨ ਪੜ੍ਹਦੇ ਹਨ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੂ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈ ਕਰਾਵੇਂ ਸੁਆਮੀ, ਸਾ ਮਸਲਤ ਪਰਵਾਨ। ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੇ ਜਾਈ। ਭਗਤਾਂ ਨੂੰ ਜਮ ਜੋ ਨਾ ਸਕੈ, ਜੋ ਤੋਂ ਭਾਵ ਵੇਖਦਾ ਵੀ ਨਹੀਂ ਉਹਨਾਂ ਵੱਲ ਤੱਕਦਾ ਵੀ ਨਹੀਂ, ਕਿਉਂਕਿ ਉਸ ਦੇ ਅੰਦਰ ਤਾਕਤ ਹੀ ਨਹੀਂ ਕਿ ਭਗਤਾਂ ਵੱਲ ਉਹ ਤੱਕ ਸਕੇ, ਭਗਤਾਂ ਦੇ ਉੱਤੇ ਆਪਣੀ ਨਜ਼ਰ ਪਾ ਸਕੇ। ਕਿਉਂ? ਆਪਾਂ ਪੜ੍ਹਦੇ ਨਾ, ਜੇ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ,
ਅੜਾ ਹਉ ਅੜਾ ਤੂੰ ਨਹਿ ਛੁਟੈ, ਨਿਕਟ ਨ ਜਾਈਓ ਦੂਤ। ਜਿਹੜੇ ਜੰਮ ਨੇ ਭਗਤਾਂ ਵੱਲ ਵੇਖ ਨਹੀਂ ਸਕਦੇ ਤੇ ਕਾਲ ਮੌਤ ਉਹਨਾਂ ਦੇ ਨੇੜੇ ਨਹੀਂ ਆ ਜਾਈ। ਹੁਣ ਧਿਆਨ ਦੇਵੋ ਕਿ ਭਗਤ ਮਰਦੇ ਨਹੀਂ, ਇਹ ਧਿਆਨ ਦੇਣਾ ਹੈ। ਭਗਤ ਸਰੀਰ ਕਰਕੇ ਇੱਕ ਵਾਰੀ ਦੁਨੀਆ ਦੇ ਵਿੱਚ ਆਉਂਦੇ ਨੇ ਤੇ ਇੱਕੋ ਵਾਰੀ ਜਾਂਦੇ ਨੇ, ਪਰ ਜਿਹੜੇ ਮਨਮੁਖ ਨੇ ਭਗਤ ਦੇ ਉਲਟ ਨੇ, ਉਹ ਜਿਹੜੇ ਹਨ ਦਿਨ ਵਿੱਚ ਪਤਾ ਨਹੀਂ ਕਿੰਨੇ ਵਾਰੀ ਜੰਮਦੇ ਨੇ ਤੇ ਕਿੰਨੇ ਵਾਰੀ ਮਰਦੇ ਨੇ, ਤੇ ਜਨਮ ਮਰਨ ਦਾ ਚੱਕਰ ਉਹਨਾਂ ਦਾ ਮੁੱਕਦਾ ਨਹੀਂ। ਇੱਥੇ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤੇਰੇ ਭਗਤਾਂ ਵੱਲ ਜੰਮ ਵੇਖ ਨਹੀਂ ਸਕਦਾ, ਮੌਤ ਉਹਨਾਂ ਦੇ ਨੇੜੇ ਨਹੀਂ ਆ ਸਕਦੀ। ਕੇਵਲ RAM ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਜਿੱਥੇ ਕੇਵਲ ਆ ਜਾਵੇ ਨਾ, ਕੇਵਲ, ਉੱਥੇ ਹੋਰ ਚੀਜ਼ ਕੋਈ ਨਹੀਂ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸ਼ਰਨਾ। ਕੇਵਲ ਰੱਬ ਦੇ ਪਿਆਰੇ ਕੇਵਲ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਕਿਸੇ ਹੋਰ ਚੀਜ਼ ਦਾ ਆਸਰਾ ਨਹੀਂ ਲੈਂਦੇ, ਤੇ ਨਾਮ ਦੀ ਬਰਕਤ ਨਾਲ ਹੀ ਮੁਕਤੀ ਪ੍ਰਾਪਤ ਕਰ ਲੈਂਦੇ ਨੇ, ਭਾਵ ਮੌਤ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਨੇ। ਮੌਤ ਉਹਨਾਂ ਨੂੰ ਸਤਾਉਂਦੀ ਨਹੀਂ। ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ। ਗੁਰੂ ਨਾਲ ਮਿਲ ਕੇ ਆਤਮਿਕ ਅਵਸਥਾ ਪ੍ਰਾਪਤ ਕਰਕੇ, ਗੁਰੂ ਨਾਲ ਪ੍ਰੇਮ ਕਰਕੇ, ਆ ਜਿਹੜੀਆਂ ਰਿੱਧੀਆਂ ਨੇ ਸਿੱਧੀਆਂ ਨੇ, ਇਹ ਭਗਤਾਂ ਦੇ ਚਰਨੀ ਲੱਗੀਆਂ ਰਹਿੰਦੀਆਂ। ਜਿਨ੍ਹਾਂ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਸਤੇ ਲੋਕ ਭਟਕਦੇ ਨੇ, ਜੰਗਲਾਂ ਵਿੱਚ ਜਾਂਦੇ ਨੇ, ਕਈ ਕਰਮ ਕਾਂਡ ਕਰਦੇ ਨੇ, ਉਹ ਸੁਦੇ ਸਿੱਧੇ ਹੀ ਗੁਰੂ ਨਾਲ ਪਿਆਰ ਕੀਤਿਆਂ, ਗੁਰੂ ਦੀ ਕਿਰਪਾ ਨਾਲ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ, ਉਹਨਾਂ ਨੂੰ ਇਹ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਨਾ, ਉਹ ਪ੍ਰਾਪਤ ਹੋ ਜਾਂਦੀਆਂ ਨੇ, ਭਾਵ ਉਹਨਾਂ ਅੱਗੇ ਹੱਥ ਜੋੜ ਕੇ ਖੜੀਆਂ ਹੁੰਦੀਆਂ ਹਨ। ਕਿਉਂਕਿ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ, ਗੁਰੂ ਨਾਲ ਪਿਆਰ ਕਰਦੇ ਨੇ, ਆਤਮਿਕ ਅਡੋਲਤਾ ਵਿੱਚ ਟਿਕਦੇ ਨੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਵਿੱਚ ਲੱਗੀਆਂ ਰਹਿੰਦੀਆਂ ਹਨ। ਮਨ ਮੁਖਾਂ ਨੂੰ ਪ੍ਰਤੀਤ ਨਾ ਆਵਈ, ਅੰਤਰ ਲੋਭ ਸੁਆਉ। ਪਰ ਜਿਹੜੇ ਮਨਮੁਖ ਨੇ, ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ, ਵਿਸ਼ਵਾਸ ਨਹੀਂ ਆਉਂਦਾ ਵੀ ਰੱਬ ਕਿਰਪਾ ਕਰਦਾ ਹੈ, ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਨਾਮ ਜਪਿਆ। ਆ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ, ਛੱਡੋ ਜੀ ਐਵੇਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਪਰ ਮੈਂ ਬੇਨਤੀ ਕਰਾਂ, ਸਤਿਗੁਰਾਂ ਦੀ ਪਾਵਨ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ ਜਿਹੜੀ ਨਾ, ਇਸ ਵਿੱਚ ਇਹ ਗੱਲ ਸਾਨੂੰ ਸਮਝਾਈ ਹੈ। ਪਰ ਮਨਮੁਖ ਬੰਦਾ ਜਿਹੜਾ ਹੁੰਦਾ ਨਾ, ਮਨਮੁਖ ਬੰਦਾ, ਉਹਨੂੰ ਇਹ ਪ੍ਰਤੀਤ ਨਹੀਂ ਆਉਂਦੀ, ਵਿਸ਼ਵਾਸ ਨਹੀਂ ਆਉਂਦਾ ਕਿ ਇਹ ਵੀ ਨਾਮ ਜਪਣ ਨਾਲ ਹੋ ਸਕਦਾ। ਸਿਮਰਨ ਦੀਆਂ ਬਰਕਤਾਂ ਇੱਕ ਕਿਤਾਬ ਹੈ, ਪ੍ਰਿੰਸੀਪਲ ਸਾਹਿਬ ਸਿੰਘ ਨੇ ਲਿਖੀ, ਤੁਹਾਡੇ ਵਿੱਚੋਂ ਸ਼ਾਇਦ ਕਈਆਂ ਨੇ ਪੜ੍ਹੀ ਹੋਵੇ। ਉਸ ਵਿੱਚ ਉਹਨਾਂ ਨੇ ਬਾਣੀ ਦੇ ਆਧਾਰ ਤੇ ਸਿਮਰਨ ਦੀ ਕੀ ਬਰਕਤ ਹੈ। ਵੈਸੇ ਤਾਂ ਆਪਾਂ ਅਸ਼ਟਪਦੀ ਪਹਿਲੀ ਪੜ੍ਹ ਲਈਏ ਤੇ ਸਿਮਰਨ ਕਰਨ ਨਾਲ ਕੀ ਪ੍ਰਾਪਤ ਹੁੰਦਾ ਹੈ। ਸਾਧ ਸੰਗਤ, ਸਾਡੇ ਅੰਦਰੋਂ ਭਰਮ ਦੇ ਛੋੜ ਲੈ ਜਾਣਗੇ, ਭਰਮ ਕੱਟਿਆ ਜਾਵੇਗਾ। ਪਰ ਜਿਹੜਾ ਮਨਮੁਖ ਹੈ ਨਾ, ਮਨਮੁਖ ਜਿਹਨੇ ਨਾ ਰੱਬ ਦਾ ਨਾਮ ਜਪਣਾ, ਨਾ ਸ਼ਬਦ ਦੀ ਵਿਚਾਰ ਕਰਨੀ ਹੈ, ਉਹਨੂੰ ਇਹ ਵਿਸ਼ਵਾਸ ਨਹੀਂ ਆਉਂਦਾ, ਉਹਨੂੰ ਇਹ ਯਕੀਨ ਨਹੀਂ ਆਉਂਦਾ ਕਿ ਰੱਬ ਦੇ ਸਿਮਰਨ ਵਿੱਚ ਇੰਨੀ ਬਰਕਤ ਹੈ, ਰੱਬ ਦੇ ਸਿਮਰਨ ਦੀ ਇੰਨੀ ਵਡਿਆਈ ਹੈ। ਕਿਉਂਕਿ ਉਹਦੇ ਅੰਦਰ ਹੈ ਲੋਭ ਰੂਪੀ ਕੁੱਤਾ ਬੈਠਾ ਹੋਇਆ, ਉਹ ਲੋਭ ਨਾਲ ਜੁੜਿਆ ਹੋਇਆ ਹੈ, ਲੋਭ ਦਾ ਉਹਨੂੰ ਸਵਾਦ ਪਿਆ ਹੋਇਆ ਹੈ, ਲੋਭ ਨਾਲ ਹਰ ਵੇਲੇ ਉਹ ਜੁੜਿਆ ਹੋਇਆ ਹੈ। ਇਸ ਕਰਕੇ ਉਹਨੂੰ ਨਹੀਂ ਪ੍ਰਤੀਤ ਆਉਂਦੀ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨ ਲਾਗਾ ਪਾਉ। ਮੇਰੇ ਇੱਕ ਮਿੱਤਰ ਨੇ ਲੁਧਿਆਣੇ, ਫੌਜੀ ਸਾਹਿਬ, ਉਹ ਕਹਿੰਦੇ ਜਦੋਂ ਹੁਕਮਨਾਮਾ ਆਉਂਦਾ ਤੇ ਮੈਂ ਪੰਕਤੀ ਜਦੋਂ ਸੁਣਦਾ ਮੈਨੂੰ ਸਮਝ ਨਹੀਂ ਆਉਂਦੀ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ,
ਗੁਰਮੁਖ ਦਾ ਹਿਰਦਾ ਸ਼ਬਦ ਵਿੱਚ ਨਹੀਂ ਭਿੱਜਦਾ, ਨਹੀਂ ਭਿੱਜਦਾ ਹੈ। ਇੱਥੇ ਗੱਲ ਚੱਲ ਰਹੀ ਹੈ ਉਸ ਭਗਤ ਜਿਹਨੂੰ ਪ੍ਰਤੀਤ ਨਹੀਂ, ਉਸ ਮਨਮੁਖ ਦੀ। ਤੇ ਉਸੇ ਬਾਰੇ ਮਹਾਰਾਜ ਕਹਿ ਰਹੇ ਨੇ, ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਇਹੋ ਜਿਹਾ ਮਨਮੁਖ ਬੰਦਾ ਕਦੀ ਗੁਰੂ ਦੀ ਸ਼ਰਨ ਵਿੱਚ ਪੈਂਦਾ ਨਹੀਂ, ਗੁਰੂ ਦੀ ਮੱਤ ਨੂੰ ਧਾਰਨ ਕਰਦਾ ਨਹੀਂ, ਉਸ ਦਾ ਹਿਰਦਾ ਸ਼ਬਦ ਵਿੱਚ ਵਿਝਦਾ ਨਹੀਂ, ਤੇ ਰੱਬ ਨਾਲ ਉਹਦਾ ਪਿਆਰ ਪੈਂਦਾ ਨਹੀਂ। ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਓ। ਪਰ ਇਹ ਜਿਹੜਾ ਕੂੜਾ ਝੂਠਾ ਪਾਜ ਬਣਾਈ ਫਿਰਦੇ ਨੇ ਮਨਮੁਖ ਲੋਕ ਦੁਨੀਆ ਦੇ ਅੰਦਰ, ਮਹਾਰਾਜ ਕਹਿੰਦੇ ਨੇ ਲੈ ਜਾਂਦਾ ਹੈ। ਤੇ ਆਪਣੇ ਸਾਹਮਣੇ ਵੇਖ ਲਓ ਕਿੰਨੇ ਮਨਮੁਖ ਜਿਨ੍ਹਾਂ ਬਾਰੇ ਆਪਾਂ ਕਹਾਂਗੇ ਬੜੇ ਸੌਖੇ ਜੀ, ਉਹਨਾਂ ਕੋਲ ਬੜੇ ਸੁੱਖ ਦੇ ਸਾਧਨ ਜੀ। ਤੁਸੀਂ ਕਹਿੰਦੇ ਹੋ ਮਨਮੁਖ ਦੁਖੀ ਹੁੰਦਾ, ਕਿੰਨਾ ਸੁਖੀ ਹੈ। ਪਰ ਧਿਆਨ ਦੇਵਿਓ, ਮਹਾਰਾਜ ਕਿਰਪਾ ਕਰਦੇ ਨੇ, ਮਨਮੁਖ ਬੰਦੇ ਦਾ ਕੂੜਾ ਪਾਜ ਜਿਹੜਾ ਨਾ ਇਹ ਲੈ ਜਾਂਦਾ ਹੈ, ਉਤਰ ਜਾਂਦਾ ਹੈ। ਤੇ ਨਾਲ ਹੀ ਆਖਦੇ ਨੇ, ਜਦੋਂ ਇਹ ਮਨਮੁਖ ਜਿਹੜਾ ਨਾ ਬੋਲੇਗਾ, ਫਿੱਕੇ ਬੋਲ ਬੋਲੇਗਾ, ਖਰਵੇ ਬੋਲ ਬੋਲੇਗਾ ਹਰ ਵੇਲੇ। ਜੇ ਤੁਸੀਂ ਉਸ ਨਾਲ ਚਰਚਾ ਕਰੋ, ਵਿਚਾਰ ਕਰੋ, ਪਹਿਲੀ ਗੱਲ ਤਾਂ ਵਿਚਾਰ ਵਾਲੇ ਪਾਸਿਓਂ ਆਉਂਦਾ ਹੀ ਨਹੀਂ। ਮਨਮੁਖ ਜਿਹੜਾ ਹੈ ਨਾ ਵਿਚਾਰ ਵਾਲੇ ਪਾਸੇ ਨਹੀਂ ਆਏਗਾ, ਬਸ ਉਹਨੇ ਡੰਡਾ ਫੜਿਆ ਹੁੰਦਾ ਹੈ, ਡੰਡਾ ਹੀ ਉਹਨੇ ਫੜਿਆ ਹੁੰਦਾ ਹੈ, ਵਿਚਾਰ ਵਾਲੇ ਪਾਸੇ ਨਹੀਂ। ਬਾਬੇ ਨਾਨਕ ਦਾ ਘਰ ਜਿਹੜਾ ਹੈ ਵਿਚਾਰ ਦਾ ਘਰ ਹੈ, ਤਕਰਾਰ ਦਾ ਨਹੀਂ। ਬਾਬੇ ਨਾਨਕ ਦੇ ਘਰ ਵਿਚਾਰ ਹੈ, ਤੇ ਬਾਬੇ ਨੇ ਸ਼ਬਦ ਨਾਲ ਹੀ ਸਿੱਧ ਮੰਡਲੀ ਨੂੰ ਜਿੱਤਿਆ, ਦੁਨੀਆ ਦੇ ਲੋਕਾਂ ਨੂੰ ਜਿੱਤਿਆ। ਜਿਹੜੇ ਲੋਕ ਕਿਸੇ ਕੋਲੋਂ ਜਿੱਤੇ ਨਹੀਂ ਜਾ ਸਕਦੇ ਸੀ, ਮਹਾਰਾਜ ਨੇ ਉਹਨਾਂ ਨੂੰ ਜਿੱਤ ਲਿਆ। ਭਾਵੇਂ ਉਹ ਕਰਾਮਾਤੀ, ਭਾਵੇਂ ਮਾਇਆ ਦੇ ਬਲ ਵਾਲੇ, ਭਾਵੇਂ ਉਹ ਆਪਣੇ ਜੀਵਨ ਦੇ ਅੰਦਰ ਰਾਜ ਭਾਗ ਦੇ ਮਾਲਕ, ਪਰ ਮਹਾਰਾਜ ਨੇ ਉਹਨਾਂ ਨੂੰ ਜਿੱਤ ਲਿਆ। ਕਿਉਂਕਿ ਜਿਹੜੇ ਮਨਮੁਖ ਬੰਦੇ ਨੇ, ਮਹਾਰਾਜ ਕਿਰਪਾ ਕਰਦੇ ਨੇ, ਉਹ ਫਿੱਕਾ ਬੋਲਦੇ ਹਨ। ਜਦੋਂ ਵੀ ਬੋਲਣਗੇ ਖਰਵਾ ਬੋਲਣਗੇ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੋ ਤੂੰ ਜਾਤਾ। ਸਾਰੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਸਾਰਿਆਂ ਵਿੱਚ ਰੱਬ ਦੀ ਜੋਤ ਹੈ। ਆਪਾਂ ਵੀ ਪੜ੍ਹਦੇ ਹਾਂ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਰੱਬ ਤਾਂ ਸਾਰਿਆਂ ਵਿੱਚ ਹੈ, ਪਰ ਕੀ ਸਾਰੇ ਰੱਬ ਨੂੰ ਆਪਣੇ ਅੰਦਰ ਵਰਤਦਾ ਵੇਖਦੇ ਨੇ? ਜੇ ਵੇਖਦੇ ਹੋਣ ਤੇ ਫਿਰ ਪਾਪ ਨਾ ਕਰਨ, ਕਿਉਂਕਿ ਰੱਬ ਨੂੰ ਪ੍ਰਦੇਸ਼ ਭੇਜਿਆ, ਦੇਸ਼ ਵਿੱਚ ਨਹੀਂ। ਰੱਬ ਨੂੰ ਦੂਰ ਸਮਝਿਆ, ਨੇੜੇ ਨਹੀਂ। ਜੇ ਰੱਬ ਨੂੰ ਨੇੜੇ ਸਮਝਿਆ ਜਾਵੇ ਤੇ ਕੋਈ ਵੀ ਬੰਦਾ ਮਾੜਾ ਕੰਮ ਨਾ ਕਰੇ। ਰੱਬ ਤੋਂ ਡਰਦਾ, ਪਰ ਬੰਦਾ ਰੱਬ ਤੋਂ ਨਹੀਂ ਡਰਦਾ, ਬੰਦਿਆਂ ਤੋਂ ਡਰਦਾ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਭਗਤਾਂ ਵਿੱਚ ਉਹ ਵਾਹਿਗੁਰੂ ਪਰਮਾਤਮਾ ਆਪ ਵਰਤਦਾ ਹੈ। ਕਿਉਂ? ਭਗਤਾਂ ਨੇ ਕੇਵਲ ਤੇ ਕੇਵਲ ਉਸ ਵਾਹਿਗੁਰੂ ਪਰਮਾਤਮਾ ਨਾਲ ਜਾਤਾ ਤੋਂ ਭਾਵ ਜਾਣ ਪਹਿਚਾਨ ਬਣਾਈ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਇਹ ਮਾਇਆ ਵੀ ਤੂੰ ਬਣਾਈ ਹੋਈ ਹੈ, ਲੋਕ ਵੀ ਤੂੰ ਬਣਾਏ ਹੋਏ ਨੇ, ਦੁਨੀਆ ਵੀ ਤੂੰ ਬਣਾਈ ਹੋਈ ਹੈ। ਕਿਉਂਕਿ ਮਾਇਆ ਵੀ ਤੂੰ ਬਣਾਉਣ ਵਾਲਾ ਹੈ। ਤੇ ਜਿਹੜਾ ਨਾ ਮਹਾਰਾਜ ਆਖਦੇ ਨੇ, ਆਪ ਹੀ ਤੂੰ ਲੋਭ ਲੋਕਾਂ ਦੇ ਅੰਦਰ ਪੈਦਾ ਕੀਤਾ ਹੈ। ਮਾਇਆ ਲੋਕ ਜਿਹੜੀ ਜਿੰਨੇ ਵੀ ਨੇ ਨਾ, ਸਾਰੇ ਤੇਰੇ ਬਣਾਏ ਹੋਏ ਨੇ। ਤੂੰ ਇੱਕ ਪੁਰਖ ਵਿਧਾਤਾ ਹੈ, ਭਾਵ ਸਾਰਿਆਂ ਨੂੰ ਬਣਾਉਣ ਵਾਲਾ ਹੈ। ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ, ਗੁਰੂ ਦੇ ਰਬ ਸ਼ਬਦ ਰਾਹੀਂ ਤੈਨੂੰ ਪਹਿਚਾਨ ਕੇ, ਤੇਰੇ ਨਾਲ ਜਾਣਕਾਰੀ ਪੈਦਾ ਕਰਕੇ ਆਪਣੇ ਅੰਦਰ ਹਉਮੈ ਜਿਹੜੇ ਨਾ ਇਹਨੂੰ ਖਤਮ ਕਰ ਦਿੰਦੇ ਨੇ, ਤੇ ਜਿਹੜੇ ਮਾਇਆ ਦੇ ਫੁਰਨੇ ਨੇ ਉਹਨਾਂ ਨੂੰ ਵੀ ਮੁਕਾ ਦਿੰਦੇ ਨੇ। ਹਉਮੈ ਮਾਰ ਮਨਸਾ ਮਨੇ ਸਮਾਨੀ, ਗੁਰ ਕੈ ਸ਼ਬਦ ਪਛਾਤਾ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਤੈਨੂੰ ਜਾਣਿਆ, ਤੇਰੇ ਨਾਲ ਜਾਣ ਪਹਿਚਾਨ ਬਣਾਈ, ਤੈਨੂੰ ਜਾਣ ਲਿਆ, ਉਹਨਾਂ ਦੇ ਅੰਦਰੋਂ ਹਉਮੈ ਮਰ ਗਈ, ਤੇ ਫੁਰਨੇ ਜਿਹੜੇ ਸਨ ਨਾ ਮਾਇਆ ਦੇ,
ਉਹ ਵੀ ਸਾਰੇ ਅੰਦਰ ਹੀ ਅੰਦਰ ਖਤਮ ਹੋ ਗਏ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਜੀ ਤੇਰਾ ਨਾਮ ਪਿਆਰਾ ਹੈ, ਤੇਰੇ ਨਾਮ ਨਾਲ ਜਿਹੜੇ ਪਿਆਰ ਕਰਦੇ ਨੇ, ਉਹਨਾਂ ਦੇ ਸਾਰੇ ਕਾਰਜ ਤੂੰ ਸੁਧੇ ਸਿਧ ਹੀ ਸਵਾਰ ਦੇਣਾ ਹੈ। ਤੂੰ ਆਪ ਹੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਕਿਉਂਕਿ ਮਹਾਰਾਜ ਆਖਦੇ ਹਨ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਵਾਰੇ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸੁਵਾਰ ਸਤਿਗੁਰ ਸਾ ਸਾਖੀਏ। ਜਿਹੜੇ ਤੇਰੇ ਨਾਮ ਨਾਲ ਪਿਆਰ ਕਰਦੇ ਹਨ ਵਾਹਿਗੁਰੂ ਪਰਮਾਤਮਾ ਜੀ, ਉਹਨਾਂ ਦੇ ਕੰਮ ਤੂੰ ਅਚਿੰਤ ਹੀ ਕਰ ਦਿੰਦਾ ਹੈ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਕਿਉਂਕਿ ਸਾਰੇ ਕਾਜ ਸਵਾਰਨ ਵਾਲਾ ਵਾਹਿਗੁਰੂ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ। ਉਹਨਾਂ ਕੀ ਰੀਸ ਕਰੇ ਸੋਵੇ ਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਜਿਹੜਾ ਐਸੇ ਪ੍ਰਭੂ ਪਿਆਰਿਆਂ ਦੀ ਰੀਸ ਕਰਦਾ ਹੈ, ਉਹਨਾਂ ਨੂੰ ਖੁਆਰ ਹੀ ਹੋਣਾ ਪੈਂਦਾ ਹੈ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕੀਤੀ, ਉਹਨਾਂ ਕੀ ਰੀਸ ਕਰੇ ਸੋਵੇ ਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਜਿਨ੍ਹਾਂ ਦਾ ਰਾਖਾ ਰਖਵਾਲਾ ਵਾਹਿਗੁਰੂ ਪਰਮਾਤਮਾ ਹੈ, ਉਹਨਾਂ ਦੀ ਰੀਸ ਕਰਨ ਵਾਲੇ ਨੂੰ ਹਮੇਸ਼ਾ ਖੱਜਲ ਖੁਆਰੀ ਜਿਹੜੀ ਹੈ ਉਹ ਪੱਲੇ ਪੈਂਦੀ ਹੈ, ਉਹਨਾਂ ਨੂੰ ਸਹਿਣ ਕਰਨੀ ਪੈਂਦੀ ਹੈ। ਉਹ ਆਪਣੇ ਜੀਵਨ ਦੇ ਅੰਦਰ ਖੱਜਲ ਖੁਆਰ ਹੀ ਹੁੰਦੇ ਹਨ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਭੌਂਕ ਮੂਏ ਬਿਲ ਲਾਈ। ਕਿਉਂਕਿ ਸਤਿਗੁਰੂ ਦੀ ਸੇਵਾ ਵਿੱਚ ਲੱਗਿਆਂ ਤੋਂ ਬਗੈਰ ਰੱਬ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ, ਤੇ ਜਿਹੜੇ ਗੁਰੂ ਦੀ ਸੇਵਾ ਵਿੱਚ ਨਹੀਂ ਲੱਗਦੇ ਉਹ ਮਨਮੁਖ ਬਿਲਕੁਲ ਕੇ ਮਰਦੇ ਨੇ, ਭਾਵ ਵਿਰਲਾਪ ਕਰਦੇ ਮਰਦੇ ਨੇ, ਹਾਏ ਹਾਏ ਕਰਦਿਆਂ ਹੀ ਆਪਣੇ ਜੀਵਨ ਦੇ ਅੰਦਰ ਆਤਮਕ ਮੌਤੇ ਮਰਦੇ ਰਹਿੰਦੇ ਹਨ। ਆਵਹਿ ਜਾਵਹਿ ਠੌਰ ਨਾ ਪਾਵਹਿ, ਦੁਖ ਮਹਿ ਦੁਖ ਸਮਾਈ। ਜੰਮਨ ਮਰਨ ਦਾ ਚੱਕਰ ਉਹਨਾਂ ਉੱਤੇ ਪਿਆ ਰਹਿੰਦਾ ਹੈ, ਜੰਮਦੇ ਨੇ ਮਰਦੇ ਨੇ, ਤੇ ਮਹਾਰਾਜ ਆਖਦੇ ਨੇ ਉਹਨਾਂ ਨੂੰ ਟਿਕਾਣਾ ਕਿਹੜਾ? ਜਨਮ ਮਰਨ ਤੋਂ ਰਹਿਤ ਹੋਣ ਵਾਲਾ ਜੀਵਨ ਦੇ ਅੰਦਰ ਮਿਲਦਾ ਨਹੀਂ। ਦੁੱਖਾਂ ਵਿੱਚ ਜੀਵਨ ਬਤੀਤ ਕਰਦੇ ਨੇ, ਤੇ ਅਖੀਰ ਮੌਤ ਦੇ ਸਮੇਂ ਵੀ ਦੁੱਖਾਂ ਰਾਹੀ ਮੌਤ ਦੇ ਮੂੰਹ 'ਚ ਜਾ ਕੇ ਪੈ ਜਾਂਦੇ ਹਨ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਜੇ ਸਾਚ ਸਮਾਈ। ਜਿਹੜਾ ਗੁਰੂ ਦੇ ਸਨਮੁਖ ਹੋਣ ਵਾਲਾ, ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਮਨੁੱਖ ਹੈ, ਉਹ ਵਾਹਿਗੁਰੂ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਪਣੇ ਜੀਵਨ ਦੇ ਅੰਦਰ ਪੀਂਦਾ ਹੈ, ਤੇ ਆਤਮਿਕ ਅਡੋਲਤਾ ਦੇ ਅੰਦਰ ਟਿਕਿਆ ਰਹਿੰਦਾ ਹੈ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਦੋ ਚਿਤੇ ਕੀ ਦੋ ਥੂਨ ਗਰਾਨੀ, ਮੋਹ ਬਲੇਂਡਾ ਟੂਟਾ, ਤਿਸ਼ਨਾ ਸ਼ਾਨ ਪਰੀ ਤਰਿ ਉਪਰ, ਦੁਰਮਤ ਭਾਂਡਾ ਫੂਟਾ, ਆਂਦੀ ਪਾਛੈ ਜੋ ਜਲ ਬਰਖੈ, ਤੈਂ ਤੇਰਾ ਜਨ ਭੀਨਾ, ਕਉ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਰ ਜਬ ਚੀਨਾ। ਜਦੋਂ ਨੇਰੀ ਆਂਦੀ ਏ ਤੇ ਸਾਧ ਸੰਗਤ ਸਾਰੇ ਪਾਸੇ ਇੱਕ ਵਾਰੀ ਉਥਲ ਪੁਥਲ ਹੋ ਜਾਂਦਾ ਹੈ, ਪਰ ਜਦੋਂ ਨੇਰੀ ਤੋਂ ਬਾਅਦ ਮੀਂਹ ਪੈ ਜਾਵੇ ਤੇ ਲੋਕ ਜਿਹੜੇ ਨੇ ਨਾ ਉਹ ਸੁਖ ਪ੍ਰਾਪਤ ਕਰਦੇ ਨੇ। ਇਸੇ ਤਰ੍ਹਾਂ ਜਦੋਂ ਗਿਆਨ ਦੀ ਹਨੇਰੀ ਅੰਦਰ ਆਂਦੀ ਹੈ, ਤ੍ਰਿਸ਼ਨਾ ਤੇ ਲੋਭ ਇਹ ਸਾਰੇ ਅੰਦਰੋਂ ਵਿਕਾਰ ਨਿਕਲ ਜਾਂਦੇ ਨੇ, ਤੇ ਜਦੋਂ ਗਿਆਨ ਦਾ ਸੂਰਜ ਚੜ੍ਹਦਾ ਹੈ ਨਾ, ਤੇ ਫਿਰ ਬੰਦਾ ਸੁਖ ਮਹਿਸੂਸ ਜਿਹੜਾ ਨਾ ਉਹ ਆਪਣੇ ਜੀਵਨ ਦੇ ਅੰਦਰ ਕਰਦਾ ਹੈ। ਕਿਉਂਕਿ ਬਾਬਾ ਨਾਨਕ ਗਿਆਨ ਦੇ ਸੂਰਜ ਨੇ ਤੇ ਅਗਿਆਨਤਾ ਦਾ ਅੰਧੇਰਾ ਮਿਟਾਉਣ ਵਾਸਤੇ ਆਏ ਨੇ। ਉਹਨਾਂ ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਿਕਾਈ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਜੇ ਕੋਈ ਬੰਦਾ ਕਵੇ ਵੀ ਮੈਂ ਭਗਤੀ ਨਹੀਂ ਕਰਦਾ, ਨਾਮ ਨਹੀਂ ਸਿਮਰਦਾ, ਪੁੰਨ ਕਰਮ ਨਹੀਂ ਕਰਦਾ, ਗੁਰੂ ਦੇ ਸਨਮੁਖ ਮੱਥਾ ਨਹੀਂ ਟੇਕਦਾ, ਤੇ ਆਹ ਕੰਮ ਤਾਂ ਮੈਂ ਕਰਦਾ ਨਾ,
ਮਹਾਰਾਜ ਆਖਦੇ ਨੇ ਡਿੰਗਾ ਨਾ ਮਾਰ, ਐਵੇਂ ਸ਼ੇਖੀਆਂ ਨਾ ਮਾਰ। ਜਿੰਨੇ ਮਰਜੀ ਰੱਬ ਦੇ ਨਾਮ ਨੂੰ ਭੁਲਾ ਕੇ ਆਪਣੇ ਜੀਵਨ ਦੇ ਅੰਦਰ ਕਰਮ ਕਰ ਲੈ, ਪਰ ਮਹਾਰਾਜ ਆਖਦੇ ਨੇ ਤੇਰਾ ਜਨਮ ਮਰਨ ਦਾ ਚੱਕਰ ਜਿਹੜਾ ਹੈ ਨਾ, ਇਹ ਨਹੀਂ ਮੁੱਕੇਗਾ। ਜਿੰਨੇ ਮਰਜੀ ਦੁਨਿਆਵੀ ਕਰਮ ਕਰ ਲੈ, ਜਦੋਂ ਤੱਕ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਤੂੰ ਬਣਦਾ, ਗੁਰੂ ਦੀ ਮੱਤ ਨੂੰ ਜੀਵਨ ਅੰਦਰ ਨਹੀਂ ਧਾਰਨ ਕਰਦਾ, ਜਨਮ ਮਰਨ ਦਾ ਗੇੜ ਤੇਰੇ ਉੱਤੇ ਬਣਿਆ ਹੀ ਰਹੇਗਾ। ਜਿਨ੍ਹਾਂ ਉੱਤੇ ਕਿਰਪਾ ਹੋ ਗਈ ਉਹਨਾਂ ਨੇ ਆਖ ਦਿੱਤਾ, ਬੌਰ ਹਮ ਕਾਹੇ ਆਵਾਂਗੇ, ਆਵਨ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁਝ ਸਮਾਵਾਂਗੇ। ਮੈਂ ਨਾ ਮਰੂੰ ਮਰਬੋ ਸੰਸਾਰਾ, ਪੁੱਛਿਆ ਕਿਉਂ, ਅਬ ਮੋਏ ਮਿਲਿਓ ਹੈ ਜੀਵਾਵਨ ਹਾਰਾ। ਮਹਾਰਾਜ ਆਖਦੇ ਨੇ ਜਿੰਨੇ ਮਰਜੀ ਕੰਮ ਤੋਂ ਬਾਹਰ ਕਰਮ ਕਾਂਡ ਕੀਤੀ ਜਾ, ਜਿੰਨੇ ਮਰਜੀ, ਪਰ ਜੇ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ, ਜੇ ਤੂੰ ਨਾਮ ਆਪਣੇ ਜੀਵਨ ਦੇ ਅੰਦਰ ਨਹੀਂ ਜਪਿਆ, ਸਤਿਗੁਰੂ ਦੀ ਮੱਤ ਨੂੰ ਧਾਰਨ ਨਹੀਂ ਕੀਤਾ, ਤੂੰ ਜਨਮ ਮਰਨ ਦੇ ਗੇੜ ਤੋਂ ਬਚ ਨਹੀਂ ਸਕਦਾ। ਵੇਦ ਪੜ੍ਹੈ ਤੈ ਬਾਦ ਵਖਾਣੈ, ਬਿਨ ਹਰ ਪਤ ਗਵਾਈ। ਵੇਦਾਂ ਨੂੰ ਪੜ੍ਹਨ ਵਾਲੇ ਫਿਰ ਚਰਚਾ ਕਰਦੇ ਨੇ ਗਿਆਨ ਦੇ ਬਲ ਨਾਲ। ਆਪਾਂ ਪੜ੍ਹਦੇ ਆ ਨਾ ਤਿਲੰਗ ਰਾਗ ਦੇ ਅੰਦਰ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜਾਓ ਕਰੋ, ਹਾਜ਼ਰ ਹਜ਼ੂਰ ਖੁਦਾਏ ਬੰਦੇ, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਏਜ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਏ। ਮਹਾਰਾਜ ਕਿਰਪਾ ਕਰਦੇ ਨੇ, ਵੇਦ ਪੜ੍ਹਦੇ ਨੇ, ਫਿਰ ਉਸ ਉੱਤੇ ਚਰਚਾ ਕਰਦੇ ਨੇ, ਵਾਦ ਕਰਦੇ ਨੇ, ਹਰੀ ਦਾ ਸਿਮਰਨ ਕਰਦੇ ਨੇ। ਹਰੀ ਦੇ ਸਿਮਰਨ ਤੋਂ ਬਗੈਰ ਪਤ ਗਵਾ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟੈ ਗੁਰ ਸਰਣਾਈ। ਮਹਾਰਾਜ ਆਖਦੇ ਨੇ ਗੁਰੂ ਦੀ ਬਾਣੀ ਵੀ ਸੱਚੀ ਹੈ, ਤੇ ਜਿਹੜਾ ਗੁਰੂ ਹੈ ਨਾ ਉਹ ਵੀ ਸੱਚਾ ਹੈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਗੁਰੂ ਵੀ ਸੱਚਾ ਹੈ, ਤੇ ਸਤਿਗੁਰੂ ਦੇ ਬੋਲ, ਸਤਿਗੁਰੂ ਦੀ ਬਾਣੀ, ਬਚਨ ਜਿਹੜੇ ਨੇ ਉਹ ਵੀ ਸੱਚੇ ਨੇ। ਤੇ ਮਹਾਰਾਜ ਆਖਦੇ ਨੇ ਦੇਰ ਨਾ ਕਰ, ਬਹੁਤ ਸਮਾਂ ਲੰਘ ਗਿਆ, ਅੱਜ ਪੜਾਂਗੇ, ਅੱਜ ਵਿਚਾਰਾਂਗੇ, ਅੱਜ ਗੁਰੂ ਨਾਲ ਜੁੜਾਂਗੇ, ਅੱਜ ਗੁਰੂ ਵਾਲੇ ਬਣਾਂਗੇ, ਨਹੀਂ। ਅੱਜ ਕੱਲ ਕਰਦਿਆਂ ਕਾਲ ਨੇ ਆ ਜਾਣਾ, ਪਰ ਤੇਰਾ ਜਿਹੜਾ ਪ੍ਰਯੋਜਨ ਹੈ ਜ਼ਿੰਦਗੀ ਦਾ ਉਹ ਨਹੀਂ ਪੂਰਾ ਹੋਣਾ। ਕਿਉਂਕਿ ਕਬੀਰ ਕਾਲ ਕਰਨ ਤਾ ਅਬੇ ਕਰ, ਅਬ ਕਰਨਾ ਸੋ ਤਾਲ, ਪਾਛੇ ਕਛੂ ਨਾ ਹੋਏਗੋ, ਜੋ ਸਿਰ ਪਰ ਆਵੇ ਕਾਲ। ਸਤਿਗੁਰੂ ਵੀ ਸੱਚਾ ਹੈ, ਸਤਿਗੁਰੂ ਦੀ ਬਾਣੀ ਵੀ ਸੱਚੀ ਹੈ। ਤੇ ਮਹਾਰਾਜ ਆਖਦੇ ਨੇ ਐਸੇ ਸਤਿਗੁਰੂ ਦੀ ਬਾਣੀ ਨਾਲ, ਸਤਿਗੁਰੂ ਦੀ ਸ਼ਰਨ ਵਿੱਚ ਭੱਜ ਕੇ, ਦੌੜ ਕੇ, ਕਾਹਲੀ ਨਾਲ, ਸਾਰੇ ਕੰਮਾਂ ਨੂੰ ਪਿੱਛੇ ਛੱਡ ਕੇ ਇਹ ਕੰਮ ਆਪਣੇ ਜੀਵਨ ਦੇ ਵਿੱਚ ਪਹਿਲਾ ਕਰ, ਤੇ ਫਿਰ ਕੀ ਹੋਵੇਗਾ, ਛੁੱਟ ਜਾਵੇਗਾ। ਜਨਮ ਮਰਨ ਦਾ ਚੱਕਰ ਤੇਰੇ ਉੱਤੇ ਲਾਗੂ ਨਹੀਂ ਹੋਵੇਗਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪਰਮਾਤਮਾ ਵਸਿਆ ਹੈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਉਹ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਸੱਚੇ ਹਨ। ਤੇ ਨਾਲ ਹੀ ਆਖਦੇ ਨੇ ਦਰ ਸਾਚੇ ਸਚਿਆਰਾ, ਉਹਨਾਂ ਸੱਚਿਆਂ ਨੂੰ ਹੀ ਵਾਹਿਗੁਰੂ ਦੇ ਦਰ ਤੇ ਮਾਨ ਮਿਲਦਾ ਹੈ, ਇੱਜ਼ਤ ਮਿਲਦੀ ਹੈ। ਦਰਗਾਹ ਵਿੱਚ ਰੇਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਕਿਉਂਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਵਸ ਗਿਆ ਉਹ ਸੱਚੇ ਹਨ, ਤੇ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਇਹਨਾਂ ਸੱਚਿਆਂ ਨੂੰ ਮਾਨ ਮਿਲਦਾ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮਿਟਣ ਹਾਰਾ। ਉਹਨਾਂ ਦੀ ਸੋਭਾ ਵਡਿਆਈ ਹਰ ਯੁੱਗ ਦੇ ਵਿੱਚ ਹੁੰਦੀ ਹੈ, ਤੇ ਕੋਈ ਮਿਟਾਣਾ ਚਾਹਵੇ। ਆ ਕਈ ਮੂਰਖ ਜਿਹੜੇ ਨੇ ਸਾਧ ਸੰਗਤ ਬੜਾ ਕੁਝ ਬੋਲਦੇ ਨੇ ਗੁਰੂ ਸਾਹਿਬਾਨ ਦੇ ਸੰਬੰਧ ਵਿੱਚ ਵੀ, ਭਗਤ ਜਨਾਂ ਦੇ ਸੰਬੰਧ ਵਿੱਚ ਵੀ, ਤੇ ਮੈਂ ਬੇਨਤੀ ਕਰਾਂ ਉਹਨਾਂ ਦੇ ਕਰਨ ਨਾਲ ਕੁਝ ਨਹੀਂ ਹੋਣਾ। ਜਿਹੜੇ ਅਸਮਾਨ ਵੱਲ ਥੁੱਕਣਗੇ, ਅਸਮਾਨ ਦਾ ਵਿਗੜਨਾ ਕੁਛ ਨਹੀਂ,
ਪਰ ਉਹਨਾਂ ਦਾ ਆਪਣਾ ਆਪ ਬਚਣਾ ਕੱਖ ਨਹੀਂ। ਅੱਜ ਵੀ ਬਾਬਾ ਨਾਨਕ ਜੀ ਕਿੰਨੇ ਸਾਲ ਹੋ ਗਏ ਨੇ, ਉਹਨਾਂ ਦੇ ਜਾਨਸ਼ੀਨ ਗੁਰੂ ਸਾਹਿਬਾਨ ਜਾਂ ਜਿਨ੍ਹਾਂ ਦਾ ਆਪਾਂ ਯਾਦ ਕਰਦੇ ਹਾਂ, ਸ਼ਹੀਦਾਂ ਮੁਰੀਦਾਂ ਨੂੰ, ਹੱਠੀਆਂ ਜੱਪੀਆਂ ਤਪੀਆਂ ਨੂੰ, ਕਿੰਨੇ ਸਾਲ ਹੋ ਗਏ ਨੇ ਤੇ ਕਿੰਨੇ ਸਾਲ ਬੀਤ ਜਾਣਗੇ। ਉਹਨਾਂ ਦੀ ਵਡਿਆਈ ਕੋਈ ਮਿਟਾ ਨਹੀਂ ਸਕਦਾ। ਨਿੰਦਕ ਜਿੰਨਾ ਮਰਜ਼ੀ ਜ਼ੋਰ ਲਾਣ, ਨਿੰਦਾ ਕਰਨ, ਪਰ ਜਿਨ੍ਹਾਂ ਦੀ ਵਡਿਆਈ ਨਾਮ ਨਾਲ ਜੁੜਨ ਕਰਕੇ, ਭਗਤੀ ਕਰਨ ਕਰਕੇ, ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਹੋਈ ਹੈ, ਉਹਨਾਂ ਦੀ ਸ਼ੋਭਾ ਨੂੰ, ਉਹਨਾਂ ਦੀ ਵਡਿਆਈ ਨੂੰ ਕੋਈ ਮਿਟਾ ਨਹੀਂ ਸਕਦਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਵਸਾਇਆ। ਸਾਧ ਸੰਗਤ, ਲੜੀਵਾਰ ਕਥਾ ਜਿਹੜੀ ਆਪਾਂ ਰਾਮ ਕਲੀ ਬਿਲਾਵਰ ਰਾਗ ਦੇ ਵਿੱਚ ਜਿਹੜੀ ਨਾ ਵਾਰ ਦੀ ਵਿਚਾਰ ਕਰ ਰਹੇ ਹਾਂ, ਅੱਜ 12ਵੀਂ ਪੌੜੀ ਦੇ ਨਾਲ ਲੱਗਦਾ ਪਹਿਲਾ ਜਿਹੜਾ ਸ਼ਲੋਕ ਹੈ ਨਾ, ਉਸ ਦੀ ਆਪਾਂ ਵਿਚਾਰ ਸਮੇਂ ਦੇ ਮੁਤਾਬਕ ਕਰਨੀ। ਆਓ ਸਾਰੇ ਧਿਆਨ ਗੁਰੂ ਸ਼ਬਦ ਨਾਲ ਜੋੜੋ ਜੀ। ਇਹ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਦਾ ਹੈ ਜੀ। ਸ਼ਲੋਕ ਮਹੱਲਾ ਤੀਜਾ, ਜਿਨੀ ਨਾਮ ਵਿਸਾਰਿਆ, ਕੂੜੇ ਕਹਿਣ ਕਹਾਨ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਕੂੜੇ ਝੂਠੀਆਂ ਗੱਲਾਂ ਹਰ ਵੇਲੇ ਕਰਦੇ ਨੇ, ਝੂਠੀਆਂ ਗੱਲਾਂ ਵਿੱਚ ਹੀ ਆਪਣੇ ਆਪ ਨੂੰ ਰੁਝਾਉਂਦੇ ਨੇ। ਤੇ ਜਦੋਂ ਮੈਂ ਇਹ ਪੰਕਤੀ ਪੜ੍ਹ ਰਿਹਾ ਸੀ, ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਮੇਰੇ ਸਾਹਮਣੇ ਆਇਆ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਹੁਣ ਇਹ ਸ਼ਬਦ ਜਿਹੜਾ ਆਪਾਂ ਪੜ੍ਹੀਏ ਤੇ ਸਾਰਾ ਕੁਝ ਕੂੜ ਹੀ ਹੈ ਨਾ, ਪਰ ਜਿੰਨੇ ਆਪਾਂ ਬੈਠੇ ਹਾਂ ਮੇਰੇ ਸਰੇ, ਆਪਣੇ ਗਰੀਬਾਨ ਦੇ ਵਿੱਚ ਝਾਤ ਮਾਰ ਕੇ ਵੇਖੀਏ, ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਵਾਲੀ ਗੱਲ ਨਾਲ ਕਿੰਨੇ ਕੁ ਆਪਾਂ ਜੁੜਦੇ ਹਾਂ। ਜਿੱਥੇ ਵੀ ਬਹਿਣਾ ਕੂੜੀਆਂ ਗੱਲਾਂ, ਜਿੱਥੇ ਵੀ ਬਹਿਣਾ ਝੂਠੀਆਂ ਗੱਲਾਂ। ਸੱਚੀ ਗੱਲ ਨਾਲ ਤਾਂ ਸਾਡਾ ਸੰਬੰਧ ਨਹੀਂ। ਹਾਂ, ਪੜਾਂਗੇ ਜ਼ਰੂਰ। ਨਾਨਕ ਆਖੇ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮਗੇਸੀਆ, ਬੈਠਾ ਕੱਢ ਵਹੀ, ਤਲਬਾ ਪੌਸਨ ਆਕੀਆਂ ਬਾਕੀ ਜਿਨਾ ਰਹੀ, ਅਜ਼ਰਾਇਲ ਫਰੇਸ਼ਤਾ ਹੋਸੀ ਆਏ ਤਈ, ਆਵਨ ਜਾਨ ਨਾ ਸੁਝਈ ਭੀੜੀ ਗਲੀ ਫਈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਅੱਜ ਧਿਆਨ ਆਪਣਾ ਇਸ ਪਾਸੇ ਰੱਖਿਓ। ਆਪਣੇ ਗਰੀਬਾਨ ਵਿੱਚ ਇਹ ਸੋਚ ਕਰਿਓ ਕਿ ਆਪਾਂ ਸਾਰਾ ਦਿਨ ਸੱਚ ਨਾਲ ਜੁੜੇ ਹਾਂ ਕਿ ਕੂੜ ਨਾਲ ਜੁੜੇ ਹਾਂ। ਬੇਸ਼ੱਕ ਡਾਇਰੀ ਲਾ ਰਹੇ ਹੋ, ਦਿਨ ਵਿੱਚ ਕਿੰਨੇ ਝੂਠ ਬੋਲੇ ਤੇ ਕਿੰਨੇ ਵਾਰੀ ਸੱਚ ਬੋਲਿਆ। ਸ਼ੈਂਦ ਸੱਚ ਬਹੁਤ ਘੱਟ ਹੋਵੇਗਾ, ਕੂੜ ਜਿਹੜਾ ਉਹ ਜ਼ਿਆਦਾ ਹੋਏਗਾ। ਤੇ ਮਹਾਰਾਜ ਆਖਦੇ ਨੇ, ਜਿਹੜੇ ਕੂੜ ਨਾਲ ਜੁੜੇ ਨੇ, ਕੂੜ ਹੀ ਗੱਲਾਂ ਕਰਦੇ ਨੇ, ਉਹ ਕੌਣ ਨੇ? ਜਿਨ੍ਹਾਂ ਨੇ ਰੱਬ ਦਾ ਨਾਮ ਵਿਸਾਰ ਦਿੱਤਾ ਹੈ। ਪੰਜ ਚੋਰ ਤਿੰਨਾ ਘਰ ਮੋਹਿ ਨ, ਹਉਮੈ ਅੰਦਰ ਸੰਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਚੋਰ ਜਿਹੜੇ ਨੇ, ਉਹਨਾਂ ਨੂੰ ਠੱਗਦੇ ਨੇ, ਉਹਨਾਂ ਦੇ ਘਰ ਨੂੰ ਲੁੱਟਦੇ ਨੇ। ਤੇ ਨਾਲ ਹੀ ਮਹਾਰਾਜ ਕਹਿੰਦੇ ਨੇ, ਹਉਮੈ ਜਿਹੜੀ ਹੈ ਨਾ, ਇਹਨੇ ਸੰਨ ਲਾਈ ਹੋਈ, ਮੇਰੀ ਮੇਰੀ ਹਰ ਵੇਲੇ। ਮਹਾਰਾਜ ਆਖਦੇ ਨੇ, ਮੇਰੀ ਮੇਰੀ ਕਿਉਂ ਕਰਦਾ ਹੈ? ਜਿਸ ਵਾਹਿਗੁਰੂ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ, ਉਹਨੂੰ ਆਪਣੇ ਹਿਰਦੇ ਵਿੱਚ ਵਸਾ। ਮੇਰੀ ਮੇਰੀ ਕਿਆ ਕਰੈਂ, ਜਿਨ ਦੀਆ ਸੋ ਲੋੜ, ਕਿਉਂਕਿ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ। ਮਹਾਰਾਜ ਆਖਦੇ ਨੇ, ਇੱਕ ਤਾਂ ਹਉਮੈ ਦੇ ਜਿਹੜੇ ਨੇ ਨਾ ਸੰਨ ਇਸ ਬੰਦੇ ਨੂੰ ਲੱਗੀ ਹੋਈ ਹੈ, ਤੇ ਦੂਜਾ ਪੰਜ ਚੋਰ ਜਿਹੜੇ ਨੇ ਇਹਨੂੰ ਅੰਦਰੋਂ ਲੁੱਟਣ ਵਾਸਤੇ ਲੱਗੇ ਹੋਏ ਹਨ। ਸਾਕਤ ਮੁਠੇ ਦੁਰਮਤੀ, ਹਰ ਰਸ ਨਾ ਜਾਣਨ। ਸਾਕਤ ਰੱਬ ਨਾਲ ਟੁੱਟੇ ਹੋਏ ਮੁੱਠੇ ਜਾ ਰਹੇ ਨੇ, ਆਪਣੇ ਜੀਵਨ ਦੇ ਅੰਦਰ ਠੱਗੇ ਜਾ ਰਹੇ ਨੇ ਭੈੜੀ ਮੱਤ ਨੂੰ ਧਾਰਨ ਕਰਕੇ। ਤੇ ਫਿਰ ਮਹਾਰਾਜ ਆਖਦੇ ਹਨ, ਉਹ ਬੰਦੇ ਹਰੀ ਦੇ ਨਾਮ ਨੂੰ ਜਾਣਦੇ ਨਹੀਂ, ਰਸ ਨੂੰ ਜਾਣਦੇ ਨਹੀਂ। ਜਿਨੀ ਅੰਮ੍ਰਿਤ ਭਰਮ ਲੁਟਾਇਆ, ਬਿਖ ਸਿਉ ਰਚੈ ਰਚਨ। ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਖਤ ਕੀ ਬਿਦ ਨੈਣੋਂ ਡਿਠੀ। ਜਿਨ੍ਹਾਂ ਨੇ ਅੰਮ੍ਰਿਤ ਦੀ ਖਾਤਰ ਬਿਖ ਨਾਲ ਹੀ ਆਪਣਾ ਸਾਰਾ ਜੀਵਨ ਜੋੜਿਆ,
ਭਟਕਣਾ ਵਿੱਚ ਪੈ ਕੇ ਲੁੱਟੇ ਗਏ। ਦੁਸ਼ਟਾਂ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ। ਨਾਮ ਦੇ ਹੋਣੇ ਬੰਦੇ ਮਨਮੁਖ ਜਿਹੜੇ ਹਨ ਉਹ ਦੁਸ਼ਟਾਂ ਨਾਲ ਪਿਆਰ ਕਰਦੇ ਨੇ ਤੇ ਰੱਬ ਦੇ ਪਿਆਰਿਆਂ ਨਾਲ ਵੈਰ ਕਰਦੇ ਹਨ। ਨਾਨਕ ਸਾਖਤ ਨਰਕ ਮਹਿ ਜਮ ਬੱਧੇ ਦੁਖ ਸਹਨ। ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਐਸੇ ਸਾਖਤ ਬੰਦੇ ਜਿਹੜੇ ਹਨ ਨਰਕ ਵਿੱਚ ਜਮਾਂ ਦੀ ਮਾਰ ਸਹਿੰਦੇ ਨੇ ਤੇ ਦੁੱਖ ਜਿਹੜਾ ਪ੍ਰਾਪਤ ਕਰਦੇ ਹਨ। ਪੈ ਕਿਰਤ ਕਮਾਵੰਦੇ ਜਿਵ ਰਾਖੈ ਤਿਵੈ ਰਹਨ। ਕੀਤੇ ਕਰਮਾਂ ਦੇ ਅਨੁਸਾਰ ਆਪਣੇ ਜੀਵਨ ਦੇ ਅੰਦਰ ਬੰਦੇ ਕਰਮ ਕਰਦੇ ਨੇ ਤੇ ਅੱਗੋਂ ਵੀ ਉਸ ਪਾਸੇ ਲੱਗੇ ਰਹਿੰਦੇ ਨੇ। ਰੱਬ ਜੀ ਹੈ ਤਾਂ ਤੇਰੇ ਹੱਥ ਵਿੱਚ, ਕਿਉਂਕਿ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਸਭ ਕੁਝ ਤੇਰੇ ਹੱਥ ਵਿੱਚ ਹੈ, ਜਿਵੇਂ ਤੂੰ ਜੀਵਾਂ ਪਾਸੋਂ ਕਰਾਨਾ ਤਿਵੇਂ ਜੀਵ ਕਰਦੇ ਨੇ। ਕਿਉਂਕਿ ਕਾਠ ਕੀ ਪੁਤਲੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅਰਦਾਸਾ ਕਰੀਏ ਸਾਨੂੰ ਸੁਮਤ ਆਵੇ, ਗੁਰਬਾਣੀ ਨਾਲ ਜੁੜੀਏ, ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ। ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਵਾਲੀ ਅਵਸਥਾ ਸਾਡੇ ਜੀਵਨ ਦੇ ਅੰਦਰ ਬਣ ਜਾਵੇਗੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਸਾਖਤ ਨਰਕ ਮਹਿ ਜਮ ਬੱਧੇ